ਮੇਰੇ ਵਿਆਹ ਨੂੰ ਹਜੇ 3-4 ਮਹੀਨੇ ਹੀ ਹੋਏ ਸੀ। ਮੈਂ, ਮੇਰਾ ਪਤੀ ਤੇ ਮੇਰਾ ਸਹੁਰਾ ਇੱਕੋ ਘਰ ਵਿੱਚ ਰਹਿੰਦੇ ਸੀ। ਮੇਰੇ ਪਤੀ ਇੱਕ ਪ੍ਰਾਈਵੇਟ ਕੰਪਨੀ ਚਲਾ ਰਹੇ ਸੀ ਤੇ ਜ਼ਿਆਦਾਤਰ ਰਾਤ ਨੂੰ ਘਰ ਲੇਟ ਵਾਪਸ ਆਉਂਦੇ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਮੈਨੂੰ ਆਪਣੇ ਸਹੁਰੇ ਦੀਆਂ ਹਰਕਤਾਂ ਤੇ ਥੋੜਾ ਸ਼ੱਕ ਹੋਣ ਲੱਗ ਪਿਆ ਸੀ। ਇੱਕ ਸ਼ਾਮ ਮੈਂ ਆਪਣੇ ਕਮਰੇ ਵਿੱਚ ਇਕੱਲੀ ਬੈੱਡ ਤੇ ਉਲਟਾ ਲੇਟ ਕੇ ਆਪਣੀ ਇੱਕ ਸਹੇਲੀ ਨਾਲ ਫੋਨ ਤੇ ਗੱਲ ਕਰ ਰਹੀ ਸੀ। ਉਸੇ ਵੇਲੇ ਅਚਾਨਕ ਮੇਰੀ ਨਜ਼ਰ ਸਾਹਮਣੇ ਲੱਗੇ ਸ਼ੀਸ਼ੇ ਤੇ ਪਈ ਤਾਂ ਮੇਰਾ ਸਹੁਰਾ ਬਿਲਕੁਲ ਮੇਰੇ ਪਿੱਛੇ ਖੜਾ ਸੀ ਤੇ ਲਗਾਤਾਰ ਮੇਰੀ ਪਿੱਠ ਨੂੰ ਪਿੱਛੋਂ ਦੇਖ ਕੇ ਘੂਰਦਾ ਜਾ ਰਿਹਾ ਸੀ। ਫਿਰ ਜਿਵੇਂ ਹੀ ਮੈਂ ਬੈੱਡ ਤੋਂ ਉੱਠ ਕੇ ਖੜੀ ਹੋਈ ਤਾਂ ਮੈਂ ਦੇਖਿਆ ਕਿ ਉਸ ਦੀ ਨਜ਼ਰ ਸਿੱਧਾ ਮੇਰੇ ਸਾਹਮਣੇ ਟਿਕੀ ਹੋਈ ਸੀ। ਮੈਂ ਪੁੱਛਿਆ, ਕੀ ਹੋਇਆ ਡੈਡੀ ਜੀ, ਤੁਹਾਨੂੰ ਕੁਝ ਚਾਹੀਦਾ ਹੈ? ਉਸਨੇ ਬਹੁਤ ਹੀ ਅਜੀਬ ਨਜ਼ਰਾਂ ਨਾਲ ਮੈਨੂੰ ਉੱਪਰੋਂ ਲੈ ਕੇ ਥੱਲੇ ਤੱਕ ਦੇਖਦੇ ਹੋਏ ਕਿਹਾ, ਮੈਂ ਦੁੱਧ ਪੀਣਾ ਸੀ। ਮੈਂ ਕਿਹਾ, ਡੈਡੀ ਜੀ ਪਰ ਦੁੱਧ ਤਾਂ ਮੈਂ ਪਹਿਲਾਂ ਹੀ ਤੁਹਾਡੇ ਕਮਰੇ ਵਿੱਚ ਰੱਖ ਕੇ ਆਈ ਸੀ। ਉਸਨੇ ਕਿਹਾ, ਉਹ ਵਾਲਾ ਦੁੱਧ ਨਹੀਂ, ਮੈਂ ਬਦਾਮ ਵਾਲਾ ਦੁੱਧ ਪੀਣਾ ਸੀ। ਇਹ ਸੁਣ ਕੇ ਮੈਨੂੰ ਬਹੁਤ ਅਜੀਬ ਲੱਗਿਆ, ਪਰ ਕੁਝ ਦੇਰ ਬਾਅਦ ਮੈਂ ਬਦਾਮ ਵਾਲਾ ਦੁੱਧ ਗਰਮ ਕਰਕੇ ਉਸ ਨੂੰ ਦੇ ਦਿੱਤਾ। ਉਸ ਤੋਂ ਬਾਅਦ ਵੀ ਮੈਂ ਕਈ ਵਾਰ ਦੇਖਿਆ ਕਿ ਮੇਰੇ ਸਹੁਰੇ ਦਾ ਮੇਰੇ ਵੱਲ ਦੇਖਣ ਦਾ ਤਰੀਕਾ ਠੀਕ ਨਹੀਂ ਸੀ। ਇੱਕ ਦਿਨ ਨਹਾਉਣ ਤੋਂ ਬਾਅਦ ਮੈਂ ਬਾਥਰੂਮ ਵਿੱਚੋਂ ਤੌਲੀਆ ਲਪੇਟ ਕੇ ਆਪਣੇ ਕਮਰੇ ਵਿੱਚ ਆਈ। ਮੇਰੇ ਕਮਰੇ ਵਿੱਚ ਅਟੈਚ ਬਾਥਰੂਮ ਬਣਿਆ ਹੋਇਆ ਸੀ, ਇਸ ਲਈ ਮੈਂ ਆਪਣੇ ਕਮਰੇ ਵਿੱਚ ਆ ਕੇ ਕੱਪੜੇ ਪਾ ਲੈਂਦੀ ਸੀ। ਮੈਂ ਹਜੇ ਆਪਣੇ ਕਮਰੇ ਵਿੱਚ ਆ ਕੇ ਤੌਲੀਆ ਲਾ ਕੇ ਕੱਪੜੇ ਪਾਉਣੇ ਸ਼ੁਰੂ ਹੀ ਕੀਤੇ ਸੀ ਕਿ ਉਸੇ ਵੇਲੇ ਅਚਾਨਕ ਮੇਰਾ ਸਹੁਰਾ ਬਿਨਾਂ ਦਰਵਾਜ਼ਾ ਖੜਕਾਏ ਸਿੱਧਾ ਮੇਰੇ ਕਮਰੇ ਦੇ ਅੰਦਰ ਆ ਗਿਆ। ਮੈਂ ਬਿਨਾਂ ਕੱਪੜਿਆਂ ਤੋਂ ਉਸ ਦੇ ਸਾਹਮਣੇ ਖੜੀ ਸੀ। ਉਸ ਨੂੰ ਦੇਖਦੇ ਹੀ ਸ਼ਰਮ ਦੇ ਮਾਰੇ ਮੈਂ ਪਾਣੀ ਹੋ ਗਈ ਸੀ ਤੇ ਜਲਦੀ ਨਾਲ ਤੌਲੀਆ ਚੁੱਕ ਕੇ ਆਪਣੇ ਆਪ ਨੂੰ ਢੱਕ ਲਿਆ ਤੇ ਆਪਣੀ ਪਿੱਠ ਉਸ ਵੱਲ ਕਰ ਲਈ। ਮੈਨੂੰ ਇਸ ਹਾਲਤ ਵਿੱਚ ਦੇਖਣ ਦੇ ਬਾਵਜੂਦ ਵੀ ਉਹ ਬਹੁਤ ਦੇਰ ਤੱਕ ਮੇਰੇ ਕਮਰੇ ਵਿੱਚ ਖੜਾ ਰਿਹਾ ਤੇ ਫਿਰ ਬਿਨਾਂ ਕੁਝ ਕਹੇ ਚੁੱਪਚਾਪ ਕਮਰੇ ਵਿੱਚੋਂ ਬਾਹਰ ਚਲਾ ਗਿਆ। ਉਸੇ ਰਾਤ ਮੈਂ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ ਵੀ ਕਿ ਕਿਵੇਂ ਅੱਜ ਡੈਡੀ ਬਿਨਾਂ ਦਰਵਾਜ਼ਾ ਖੜਕਾਏ ਸਿੱਧਾ ਮੇਰੇ ਕਮਰੇ ਵਿੱਚ ਆ ਗਏ ਸੀ ਤੇ ਪਹਿਲਾਂ ਵੀ ਇੱਕ ਦਿਨ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਸੀ। ਪਰ ਉਸਨੇ ਮੇਰੀ ਗੱਲ ਤੇ ਬਹੁਤਾ ਧਿਆਨ ਨਹੀਂ ਦਿੱਤਾ ਤੇ ਕਿਹਾ, ਸ਼ਾਇਦ ਡੈਡੀ ਨੇ ਇਹ ਸਭ ਜਾਣ-ਬੁੱਝ ਕੇ ਨਹੀਂ ਕੀਤਾ ਹੋਣਾ। ਫਿਰ ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਤੇ ਇੱਕ ਦਿਨ ਮੇਰੇ ਪਤੀ ਨੇ ਇੱਕ ਜ਼ਰੂਰੀ ਮੀਟਿੰਗ ਕਰਕੇ ਰਾਤ ਨੂੰ ਘਰ ਲੇਟ ਵਾਪਸ ਆਉਣਾ ਸੀ। ਮੈਂ ਆਪਣੇ ਕਮਰੇ ਵਿੱਚ ਇਕੱਲੀ ਬੈਠੀ ਸੀ। ਉਸੇ ਵੇਲੇ ਅਚਾਨਕ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਆਇਆ ਤੇ ਉਸਨੇ ਮੈਨੂੰ ਬਦਾਮ ਵਾਲਾ ਦੁੱਧ ਗਰਮ ਕਰਕੇ ਉਸਦੇ ਕਮਰੇ ਵਿੱਚ ਲਿਆਉਣ ਲਈ ਕਿਹਾ। ਮੈਂ ਦੁੱਧ ਗਰਮ ਕੀਤਾ ਤੇ ਦੁੱਧ ਦੇਣ ਲਈ ਉਸਦੇ ਕਮਰੇ ਵਿੱਚ ਗਈ, ਪਰ ਜਿਵੇਂ ਹੀ ਮੈਂ ਦੁੱਧ ਦਾ ਗਿਲਾਸ ਟੇਬਲ ਤੇ ਰੱਖਣ ਲਈ ਉਸਦੇ ਨੇੜੇ ਗਈ ਤਾਂ ਅਚਾਨਕ ਉਹ ਬਹੁਤ ਹੀ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਦੇਖਦਾ ਹੋਇਆ ਬੈੱਡ ਤੋਂ ਉੱਠਿਆ ਤੇ ਉਸਨੇ ਮੇਰਾ ਹੱਥ ਫੜ ਲਿਆ। ਡਰ ਦੇ ਮਾਰੇ ਮੇਰਾ ਤਾਂ ਜਿਵੇਂ ਸਾਹ ਹੀ ਰੁਕ ਗਿਆ। ਫਿਰ ਉਸਨੇ ਕਿਹਾ, ਆਰਤੀ ਪੁੱਤ, ਜਦੋਂ ਦੀ ਤੇਰੀ ਸੱਸ ਇਸ ਦੁਨੀਆ ਨੂੰ ਛੱਡ ਕੇ ਗਈ ਹੈ ਮੈਂ ਬਹੁਤ ਇਕੱਲਾ ਮਹਿਸੂਸ ਕਰਦਾ ਹਾਂ। ਹਰ ਬੰਦੇ ਦੀਆਂ ਕੁਝ ਜ਼ਰੂਰਤਾਂ ਹੁੰਦੀਆਂ ਹਨ ਤੇ ਮੈਨੂੰ ਵੀ ਕਿਸੇ ਦੀ ਕਮੀ ਮਹਿਸੂਸ ਹੁੰਦੀ ਹੈ। ਉਸ ਦੀਆਂ ਗੱਲਾਂ ਸੁਣ ਕੇ ਮੈਂ ਉਸ ਦੇ ਇਰਾਦੇ ਸਮਝ ਗਈ ਤੇ ਜਿਵੇਂ ਹੀ ਮੈਂ ਆਪਣਾ ਹੱਥ ਉਸ ਤੋਂ ਛੁਡਵਾ ਕੇ ਕਮਰੇ ਵਿੱਚੋਂ ਬਾਹਰ ਨਿਕਲਣ ਲਈ ਪਿੱਛੇ ਮੁੜੀ ਤਾਂ ਉਸੇ ਵੇਲੇ ਅਚਾਨਕ ਉਸਨੇ ਮੈਨੂੰ ਪਿੱਛੋਂ ਘੁੱਟ ਕੇ ਜੱਫੀ ਪਾ ਲਈ ਤੇ ਮੇਰੇ ਅੱਗੇ ਪਿੱਛੇ ਸਾਰੇ ਪਾਸੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਡਰੀ ਹੋਈ ਸੀ ਤੇ ਮੈਂ ਧੱਕਾ ਦੇ ਕੇ ਉਸ ਨੂੰ ਆਪਣੇ ਤੋਂ ਦੂਰ ਕੀਤਾ ਤੇ ਰੋਂਦੇ ਹੋਏ ਕਿਹਾ, ਡੈਡੀ ਜੀ ਤੁਸੀਂ ਇਹ ਸਭ ਕੀ ਕਰ ਰਹੇ ਹੋ? ਮੈਂ ਤੁਹਾਨੂੰ ਆਪਣੇ ਬਾਪ ਸਮਾਨ ਸਮਝਦੀ ਸੀ, ਪਰ ਜੇ ਮੇਰੀ ਨਹੀਂ ਤਾਂ ਕਮ ਸੇ ਕਮ ਤੁਸੀਂ ਆਪਣੇ ਜਵਾਨ ਪੁੱਤ ਦੀ ਇੱਜ਼ਤ ਦੀ ਲਾਜ ਤਾਂ ਰੱਖ ਲੈਂਦੇ। ਹੁਣ ਤਾਂ ਮੈਨੂੰ ਤੁਹਾਨੂੰ ਡੈਡੀ ਕਹਿਣ ਵਿੱਚ ਵੀ ਸ਼ਰਮ ਆ ਰਹੀ ਹੈ। ਉਸਨੇ ਫਿਰ ਮੈਨੂੰ ਫੜ ਕੇ ਜੱਫੀ ਪਾ ਲਈ ਤੇ ਕਿਹਾ, ਤੇਰੇ ਬਦਾਮਾਂ ਵਾਲੇ ਦੁੱਧ ਨੇ ਤਾਂ ਮੇਰੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਤੇ ਜਿਸ ਦਿਨ ਦਾ ਮੈਂ ਤੈਨੂੰ ਬਿਨਾਂ ਕੱਪੜਿਆਂ ਤੋਂ ਦੇਖਿਆ ਹੈ ਮੈਂ ਇੱਕ ਰਾਤ ਵੀ ਠੀਕ ਢੰਗ ਨਾਲ ਸੋ ਨਹੀਂ ਸਕਿਆ। ਨਾਲੇ ਮੈਂ ਕਿਹੜਾ ਤੇਰਾ ਸਗਾ ਪਿਓ ਹਾਂ, ਕੁਝ ਨਹੀਂ ਹੁੰਦਾ, ਕਿਸੇ ਨੂੰ ਨਹੀਂ ਪਤਾ ਲੱਗਣਾ।
ਫਿਰ ਉਸਨੇ ਜ਼ਬਰਦਸਤੀ ਮੈਨੂੰ ਬੈੱਡ ਤੇ ਲੰਮੀ ਪਾ ਕੇ ਮੈਨੂੰ ਸਾਰੇ ਪਾਸੇ ਚੁੰਮਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਡਰੀ ਹੋਈ ਸੀ, ਪਰ ਫਿਰ ਮੈਂ ਕਿਸੇ ਤਰ੍ਹਾਂ ਆਪਣੇ ਅੰਦਰ ਹਿੰਮਤ ਪੈਦਾ ਕੀਤੀ ਤੇ ਉਸ ਨੂੰ ਧੱਕਾ ਦੇ ਕੇ ਉਸਦੇ ਕਮਰੇ ਵਿੱਚੋਂ ਭੱਜ ਕੇ ਆਪਣੇ ਕਮਰੇ ਵਿੱਚ ਆ ਗਈ ਤੇ ਦਰਵਾਜ਼ਾ ਅੰਦਰੋਂ ਲੌਕ ਕਰ ਲਿਆ। ਮੈਂ ਉਸ ਦੀਆਂ ਸਾਰੀਆਂ ਗੱਲਾਂ ਆਪਣੇ ਫੋਨ ਵਿੱਚ ਰਿਕਾਰਡ ਕਰ ਲਈਆਂ ਸੀ ਤੇ ਰਿਕਾਰਡਿੰਗ ਸਿੱਧਾ ਆਪਣੇ ਪਤੀ ਨੂੰ ਭੇਜ ਦਿੱਤੀ। ਮੇਰੇ ਪਤੀ ਕੁਝ ਹੀ ਮਿੰਟਾਂ ਵਿੱਚ ਪੁਲਿਸ ਨੂੰ ਨਾਲ ਲੈ ਕੇ ਘਰ ਆ ਪਹੁੰਚੇ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੇਰੇ ਪਤੀ ਆਪਣੇ ਪਿਓ ਦੀ ਐਸੀ ਹਰਕਤ ਤੋਂ ਬਹੁਤ ਸ਼ਰਮਿੰਦਾ ਸੀ ਤੇ ਉਸਨੇ ਮੇਰੀ ਗੱਲ ਤੇ ਧਿਆਨ ਨਾ ਦੇਣ ਲਈ ਵੀ ਆਪਣੀ ਗਲਤੀ ਦੀ ਮਾਫੀ ਮੰਗੀ। ਇਸੇ ਲਈ ਕਹਿੰਦੇ ਹਨ, ਕਿਸੇ ਦੀ ਨੀਅਤ ਦਾ ਅੰਦਾਜ਼ਾ ਸ਼ਕਲ ਸੂਰਤ ਦੇਖ ਕੇ ਨਹੀਂ ਲਗਾਇਆ ਜਾ ਸਕਦਾ। ਇਸ ਲਈ ਹਰ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ। ਇਹੋ ਜਿਹੀ